ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ। ਤੋ ਗ੍ਰਸਥ ਆਸ਼ਰਮ ਨੂੰ ਉਹਨਾਂ ਨੇ ਮਹੱਤਵ ਦਿੱਤਾ। ਕੇਵਲ ਕੁਆਰੇ ਰਹਿਣ ਨਾਲ, ਵਿਆਹ ਸ਼ਾਦੀ ਨਾ ਕਰਨ ਨਾਲ, ਪ੍ਰਭੂ ਦੀ ਪ੍ਰਾਪਤੀ ਨਾਲ ਗੁਰੂ ਨਾਨਕ ਸਾਹਿਬ ਨੇ ਆਪਣੇ ਸਿਧਾਂਤਾਂ ਨੂੰ ਨਹੀਂ ਜੋੜਿਆ। ਮਹਾਰਾਜ ਕਹਿੰਦੇ ਨੇ ਵੀ ਜਿਹੜਾ ਤੂੰ ਕੁਆਰਾ ਰਹਿਣ ਦੀ ਗੱਲ ਕਰਨਾ ਹੈ, ਜਿਹੜੀ ਯੋਗ ਦੀ ਜੁਗਤੀ ਏ, ਉਹਦੀ ਥਾਂ ਤੇ ਤੂੰ ਕੀ ਕਰ, ਆਪਣੇ ਆਪ ਨੂੰ ਵਕਾਰਾਂ ਵੱਲੋਂ ਰੋਕ ਕੇ ਰੱਖ, ਵਕਾਰਾਂ ਵਿੱਚ ਖਚਤ ਨਾ ਹੋ। ਹੁਣ ਸਾਧ ਸੰਗਤ ਸਵਾਲ ਇਹ ਪੈਦਾ ਹੁੰਦਾ ਵੀ ਗੱਲ ਜੋਗੀ ਦੀ ਨਹੀਂ, ਗੱਲ ਇੱਕ ਸਿੱਖ ਦੀ ਵੀ ਹੈ। ਮਹਾਰਾਜ ਕਹਿੰਦੇ ਨੇ ਵੀ ਤੂੰ ਵਕਾਰਾਂ ਵੱਲੋਂ ਆਪਣੇ ਆਪ ਨੂੰ ਰੋਕ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਵਕਾਰਾਂ ਵੱਲੋਂ ਕਿਵੇਂ ਰੋਕੀਏ। ਮਨ ਵਿੱਚ ਫੁਰਨੇ ਵਕਾਰਾਂ ਦੇ ਅਕਸਰ ਆਉਂਦੇ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਣ ਲਈ ਇੱਕ ਥਾਂ ਤੇ ਬਚਨ ਕੀਤਾ ਹੈ ਵੀ ਜਿਹੜਾ ਮੇਰਾ ਮਨ ਹੈ ਨਾ, ਆਮ ਤੌਰ ਤੇ ਅਸੀਂ ਆਪਣੇ ਮਨ ਦੇ ਫੁਰਨੇ ਦੂਜੇ ਨਾਲ ਇਸ ਕਰਕੇ ਸ਼ੇਅਰ ਨਹੀਂ ਕਰਦੇ ਵੀ ਉਹ ਕਹੇਗਾ ਵੀ ਮੈਂ ਤੈਨੂੰ ਕੀ ਸਮਝਦਾ ਸਾਂ, ਤੂੰ ਇਤਨਾ ਕਿਆ ਗੁਜ਼ਰਿਆ। ਜੇ ਭਵਿੱਖ 'ਚ ਕੋਈ ਇਸ ਤਰ੍ਹਾਂ ਦੇ ਐਕਸਰੇ ਆ ਗਏ ਨਾ ਬਈ ਇੱਥੇ ਮਸ਼ੀਨਾਂ ਲਾ ਕੇ ਤੇ ਸਕਰੀਨ ਦੇ ਉੱਤੇ ਉਹਦੇ ਫੁਰਨੇ ਆਉਣ, ਤੇ ਮੇਰਾ ਖਿਆਲ ਹੈ ਬੰਦਾ ਕਿਸੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਹੀ ਨਹੀਂ ਕਰ ਸਕੇਗਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਬ ਰੋਜ਼ ਗਸ਼ਤਮ, ਸ਼ਬ ਰਾਤ, ਰੋਜ਼ ਦਿਨ, ਰੋਜ਼ ਤੋਂ ਰੋਜ਼ਾਨਾ ਸ਼ਬਦ ਬਣਿਆ, ਔਰ ਸ਼ਬ ਤੋਂ ਸ਼ਬਨਮ ਬਣਿਆ, ਜਿਹਨੂੰ ਤਰੇਲ ਕਹਿੰਦੇ ਹਾਂ ਅਸੀਂ। ਹਿੰਦੀ ਵਾਲੇ ਓਸ ਕਹਿੰਦੇ ਨੇ, ਉਰਦੂ ਵਾਲੇ ਉਹਨੂੰ ਕੀ ਕਹਿੰਦੇ, ਸ਼ਬਨਮ। ਸ਼ਬ ਰਾਤ ਨਮ ਨਮੀ, ਰਾਤ ਦੀ ਨਮੀ। ਸ਼ਬ ਰੋਜ਼ ਗਸ਼ਤਮ, ਮੇਰਾ ਮਨ ਦਿਨ ਰਾਤ ਗਸ਼ਤ ਕਰਦਾ ਰਹਿੰਦਾ, ਪੈਟਰੋਲਿੰਗ ਕਰਦਾ ਰਹਿੰਦਾ, ਰੁਕਦਾ ਹੀ ਨਹੀਂ। ਸ਼ਬ ਰੋਜ਼ ਗਸ਼ਤਮ ਦਰ ਹਵਾ, ਜਿਵੇਂ ਹਵਾ ਰੁਮਕਦੀ ਰਹਿੰਦੀ ਹੈ ਨਾ, ਰੁਕਦੀ ਨਹੀਂ, ਹਰ ਜਗ੍ਹਾ ਤੇ ਇਹਦੀ ਪਹੁੰਚ ਹੈ, ਇਹਨੂੰ ਕੋਈ ਵੀਜ਼ਾ ਨਹੀਂ ਲੈਣਾ ਪੈਂਦਾ। ਇਸ ਤਰ੍ਹਾਂ ਮੇਰੇ ਮਨ ਦੀ ਹਰ ਜਗ੍ਹਾ ਪਹੁੰਚ ਹੈ, ਹਰ ਵਕਤ ਘੁੰਮਦਾ ਰਹਿੰਦਾ, ਜੁੜੇ ਰਿਹਾ ਜੀ। ਔਰ ਕਰਦਾ ਕੀ ਹੈ ਮੇਰਾ ਮਨ, ਕਰਦੇਮ, ਕਰਦਾ ਹੈ ਬਦੀ ਖਿਆਲ, ਬਦੀ ਦੇ ਖਿਆਲ ਆਉਂਦੇ ਨੇ ਮੇਰੇ ਮਨ 'ਚ, ਭੈੜੇ ਫੁਰਨੇ ਆਉਂਦੇ ਨੇ। ਗਾਹੇ ਨਾ ਨੇਕੀ ਕਾਰ ਕਰਦਮ, ਭੁੱਲ ਕੇ ਵੀ ਨੇਕੀ ਦੀ ਕਾਰ ਮੇਰਾ ਮਨ ਲੋਕੋ ਨਹੀਂ ਜੇ ਕਰਦਾ। ਮਮ ਮੇਰਾ ਈ ਇਹ ਚਿਨੀ ਅਹਿਵਾਲ, ਮੇਰਾ ਇਤਨਾ ਬੁਰਾ ਹਾਲ ਹੈ। ਸਾਨੂੰ ਸਮਝਾਉਣ ਲਈ ਗੁਰੂ ਨਾਨਕ ਸਾਹਿਬ ਕਹਿੰਦੇ, ਪਰ ਇੱਥੇ ਹਜ਼ੂਰ ਕੀ ਕਹਿੰਦੇ ਨੇ, ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਆ ਜੋਗੀਆਂ ਵਾਲੀ ਜੁਗਤ ਛੱਡ ਦੇ, ਇਹਦੀ ਥਾਂ ਤੇ ਆਪਣੇ ਆਪ ਨੂੰ ਵਕਾਰਾਂ ਤੋਂ ਰਹਿਤ ਕਰ ਲੈ। ਕਿਵੇਂ ਵਕਾਰਾਂ ਤੋਂ ਰਹਿਤ ਹੋਵੀਏ, ਮਨ ਕਿਵੇਂ ਟਿਕੇ। ਆਪਣੇ ਯਤਨ ਨਾਲ ਕਈ ਵਾਰ ਮਨ ਕਾਬੂ ਵਿੱਚ ਨਹੀਂ ਆਉਂਦਾ। ਇੱਕ ਥਾਂ ਤੇ ਭਗਤ ਕਬੀਰ ਸਾਹਿਬ ਨੇ ਕਿਰਪਾ ਕੀਤੀ, ਦੱਸਿਆ ਹੈ, ਇੱਕ ਦਿਨ ਕਹਿਣ ਲੱਗੇ, ਗੁਰਮੁਖ ਪਿਆਰਿਓ, ਜਿਹੜਾ ਮਨ ਮੈਨੂੰ ਪਹਿਲਾਂ ਦੁਖੀ ਕਰਦਾ ਸੀ ਨਾ, ਕਦੀ ਕਾਮ ਵਾਲੇ ਪਾਸੇ ਭਜਾ ਕੇ ਲਿਜਾਂਦਾ ਸੀ, ਕਦੀ ਲੋਭ ਵਾਲੇ ਪਾਸੇ, ਕਦੀ ਕ੍ਰੋਧ ਵਾਲੇ ਪਾਸੇ, ਵੇਖੋ ਨਾ ਇਹ ਦੁਖੀ ਕਿਵੇਂ ਕਰਦੇ ਨੇ। ਅਸੀਂ ਇੱਥੋਂ ਸੰਗਤ 'ਚੋਂ ਨਿਕਲਨੇ ਆ, ਸਾਨੂੰ ਇੱਕ ਵਿਅਕਤੀ ਸਾਡੇ ਕਿਸੇ ਦੋਸਤ ਦਾ ਨਾਂ ਲੈ ਕੇ ਕਹਿੰਦਾ ਵੀ ਉਹਨਾਂ ਬਾਰੇ ਕੋਈ ਫੋਨ ਤੇ ਗੱਲ ਕੋਈ ਮਿਲੇ ਹੋਣ। ਨਹੀਂ, ਮੈਨੂੰ ਮਿਲੇ ਸਨ। ਵੈਸੇ ਗੱਲ ਕਰਨੀ ਤੇ ਨਹੀਂ ਚਾਹੀਦੀ ਭਾਈ ਸਾਹਿਬ, ਤੁਹਾਡੇ ਬਾਰੇ ਬੜੇ ਅਪਸ਼ਬਦ ਕਹਿ ਰਹੇ ਸਨ। ਸਾਨੂੰ ਨਹੀਂ ਪਤਾ ਉਹਨੇ ਕਹੇ ਨੇ ਕਿ ਨਹੀਂ, ਉਹ 7 ਸਮੁੰਦਰ ਪਾਰ ਬੈਠਾ। ਅਸੀਂ ਜੋੜਾ ਪਾਉਣ ਲੱਗੇ, ਅੱਗ ਬਬੂਲੇ ਹੋ ਗਏ ਆ। ਹੈ ਜੇਬ 'ਚੋਂ ਸੈੱਲ ਫੋਨ ਕੱਢ ਕੇ ਔਨ ਕਰਕੇ, ਜੇ ਉਹਦਾ ਨੰਬਰ ਹੈ ਤੇ ਉਹਨੂੰ ਮਿਲਾ ਕੇ, ਪਹਿਲਾਂ ਕਹਿਣਾ ਵੀ ਫਲਾਣੇ ਨੇ ਮੈਨੂੰ ਕਿਹਾ ਤੂੰ ਮੇਰਾ ਅਪਮਾਨ ਕਰਨਾ, ਗਾਲਾਂ ਕੱਢਣਾ, ਕੀ ਗੱਲ ਹੈ। ਕ੍ਰੋਧ ਸਾਨੂੰ ਕਿਸ ਤਰ੍ਹਾਂ ਅੱਗ ਬਬੂਲਾ ਕਰ ਦਿੰਦਾ ਅੰਦਰੋਂ, ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ, ਹੇ ਕਲੇਸ਼ ਦੀ ਜੜ ਕ੍ਰੋਧ, ਤੂੰ ਮਨੁੱਖ ਦੇ ਮਨ ਵਿੱਚ ਜਰਾ ਜਿੰਨੀ ਵੀ ਦਇਆ ਨਹੀਂ ਆਉਣ ਦਿੰਦਾ। ਇਸ ਲਈ ਹਜ਼ੂਰ ਕਹਿੰਦੇ ਨੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਟਲ ਹੈ। ਜਿਹੜਾ ਮੇਰੇ ਮਨ ਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੁਖੀ ਕਰਦੇ ਸਨ ਨਾ, ਮੇਰੇ ਉਸ ਮਨ ਵਿੱਚ ਹੁਣ ਸੁੱਖ ਆ ਕੇ ਟਿਕ ਗਿਆ। ਕਹਿਣ ਲੱਗੇ ਕਿਵੇਂ, ਧਿਆਨ ਦਿਆ ਜੇ। ਆਖਣ ਲੱਗੇ ਸੰਤੋ ਮਨ ਪਵਨ ਹੈ ਸੁਖ ਬਣਿਆ। ਜਿਹੜਾ ਮੇਰਾ ਮਨ ਪਵਨ ਵਾਂਗੂ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ
ਦਰ ਹਵਾ, ਸ਼ਬ ਰੋਜ਼ ਗਸ਼ਤਮ ਦਰ ਹਵਾ। ਇਹ ਜਿਹੜਾ ਮੇਰਾ ਮਨ ਪਾਉਣ ਵਾਂਗੂ ਯਾਤਰਾ ਕਰਦਾ ਸੀ ਨਾ, ਬਾਹਰ ਭਟਕਦਾ ਸੀ, ਉਹ ਮੇਰਾ ਮਨ ਟਿਕ ਗਿਆ, ਮੈਨੂੰ ਸੁੱਖ ਆ ਗਿਆ। ਸੰਤੋ ਮਨ ਪਵਨੈ ਸੁਖ ਬਣਿਆ, ਅੰਦਰ ਹੁਣ ਆਤਮਿਕ ਸੁੱਖ ਆ ਗਿਆ। ਕਿਛ ਜੋਗ ਪ੍ਰਾਪਤ ਗਣਿਆ। ਜੋਗ ਦੇ ਅੱਖਰੀ ਅਰਥ ਹੁੰਦੇ ਨੇ ਜੋੜ। ਮੈਂ ਥੋੜਾ ਜਿਹਾ ਪੜ੍ਹਿਆ ਵਾਂ ਬੇਸਿਕ ਐਜੂਕੇਸ਼ਨ, ਔਰ ਜਿੰਨਾ ਕੁ ਉਹ ਪੜ੍ਹਿਆ ਵਾਂ ਮਾਧਿਅਮ ਹਿੰਦੀ 'ਚ ਪੜ੍ਹਿਆ ਵਾਂ। ਉਹ ਜੋੜ ਨੂੰ ਜੋਗ ਕਹਿੰਦੇ। ਜਦੋਂ ਮੈਥ ਸਿਖਾਉਂਦੇ ਨਾ, ਹੁਣ ਤਾਂ ਇੰਗਲਿਸ਼ 'ਚ ਮੈਥ ਆ ਗਿਆ ਨਾ, ਹਿੰਦੀ ਵਿੱਚ ਉਹ ਜੋਗ ਕਹਿੰਦੇ। ਜੋਗ ਦੇ ਸਵਾਦ, ਜੋਗ ਤੋਂ ਹੀ ਜੋਗੀ ਸ਼ਬਦ ਬਣਿਆ। ਜਿਸ ਆਤਮਾ ਤੇ ਪ੍ਰਮਾਤਮਾ ਦਾ ਜੋਗ ਹੋ ਗਿਆ, ਜੋੜ ਹੋ ਗਿਆ, ਉਹ ਜੋਗੀ ਹੋ ਗਿਆ। ਹੁਣ ਮੈਂ ਪ੍ਰਮਾਤਮਾ ਨਾਲ ਮਿਲਣ ਦੀ ਕੁਛ ਗੱਲ ਕਹਿ ਸਕਣਾ ਵੀ ਮੇਰੀ ਗੱਲ ਬਣਨ ਲੱਗ ਪਈ ਹੈ। ਕਿਛ ਜੋਗ ਪ੍ਰਾਪਤ ਗਣਿਆ। ਕਹਿਣ ਲੱਗੇ ਬਣਿਆ ਕਿਵੇਂ ਪ੍ਰੋਗਰਾਮ? ਧਿਆਨ ਦਿਆ ਜੇ। ਕਹਿਣ ਲੱਗੇ ਗੁਰ ਰਾਰੇ ਨੁਸ਼ਿਆਰੀ ਹੈ, ਗੁਰੂ ਨੇ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਜੰਗਲਾਤ ਦੇ ਕੋਲ, ਜੰਗਲ ਦੇ ਕੋਲ ਕਿਸੇ ਦੇ ਖੇਤ ਹੋਣ ਨਾ, ਖੇਤ ਗੁਰਮੁਖੋ ਫਸਲ ਹੋਵੇ, ਤੇ ਉਹ ਕਿਸਾਨ, ਉਹ ਜ਼ਿਮੀਂਦਾਰ, ਉਹਦੇ ਦੁਆਲੇ ਦੁਆਲੇ ਨਾ ਵਾੜ ਲਾ ਦਿੰਦੇ। ਵਾੜ ਜੰਗਲਾਤ ਵਿੱਚੋਂ ਪਾਢੇ, ਰੋਜ਼, ਨੀਲ ਗਾਈ, ਹਿਰਨ, ਹੋਰ ਜੰਗਲੀ ਜਾਨਵਰ ਆ ਕੇ ਨਾ ਫਸਲ ਖਾ ਜਾਂਦੇ। ਹੁਣ 2 4 5 ਏਕੜ ਵਰਗਾ ਮੇਰੇ ਵਰਗਾ ਕਿਸਾਨ, ਔਰ ਇੱਕੋ ਵਾਰਾਂ 100 ਪਾਢਿਆਂ ਦਾ, ਰੋਜ਼, ਨੀਲ ਗਾਵਾਂ ਦਾ ਝੁੰਡ ਆਵੇ, ਤੇ ਉਹਦੀ ਤੇ ਸਮੇਂ ਮਾਰ ਹੋ ਗਈ। ਉਹ ਕੀ ਕਰਦਾ ਹੈ? ਉਹ ਖੇਤ ਦੇ ਦੁਆਲੇ 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 ਵਾੜ ਦੇ ਦਿੰਦਾ, ਔਰ ਫਿਰ ਕਦੀ ਕਦਾਈ ਆਉਂਦਾ, ਦੂਜੇ ਪਾਸੇ ਖਲੋ ਕੇ ਵੇਖ ਕੇ ਚਲਾ ਜਾਂਦਾ। ਉਹਨੂੰ ਨਹੀਂ ਪਤਾ ਬਈ ਮੇਰੇ ਖੇਤ ਦੀ ਜਿਹੜੀ ਵਾੜ ਹੈ, ਇੱਕ ਪਾਸਿਓਂ ਜਾਨਵਰਾਂ ਨੇ ਵਾੜ ਤੋੜ ਕੇ ਰਸਤਾ ਬਣਾ ਲਿਆ। ਤੇ ਗਵਾਂਢੀ ਦੱਸਦਾ ਵੀ ਮਿੱਤਰਾ, ਤੂੰ ਇੱਧਰ ਖੜਾ ਹੋ ਕੇ ਚਲਾ ਜਾਣਾ, ਇੱਧਰੋਂ ਵਾੜ ਨੂੰ ਤੋੜ ਕੇ ਹਿਰਨਾਂ ਨੇ ਰਸਤਾ ਬਣਾ ਲਿਆ, ਔਰ ਰੋਜ਼ ਤੇਰੀ ਪੈਲੀ ਵਿੱਚ ਵੜ ਕੇ ਤੇਰਾ ਉਜਾੜਾ ਕਰਕੇ ਫਿਰ ਜੰਗਲ ਵਿੱਚ ਚਲੇ ਜਾਂਦੇ। ਉਹਨੇ ਫਿਰ ਉਸ ਜਿਹੜੇ ਥਾਂ ਸਨ ਲੰਘਣ ਵਾਲੇ, ਉੱਥੇ ਜਾ ਕੇ ਨਵੇਂ ਮੋੜੇ ਜਿਹੜੇ ਨੇ, ਨਵੀਂ ਵਾੜ ਲੈ ਕੇ, ਮਲੇ ਇਤਿਆਦਿਕ, ਕਰੀ ਇਤਿਆਦਿਕ, ਕੰਡਿਆਲੇ ਜਿਹੜੇ ਮੋੜੇ ਸਨ, ਉਹ ਵੱਢ ਕੇ ਉੱਥੇ ਰੱਖੇ, ਤੇ ਜਾਨਵਰਾਂ ਦੀ ਆਵਾਜਾਈ ਉੱਥੋਂ ਬੰਦ ਹੋ ਗਈ। ਫਲਸਰੂਪ ਜਿਹੜੀ ਫਸਲ ਸੀ ਉਹ ਬਚ ਗਈ। ਸਾਡੇ ਅੰਦਰ ਵੀ ਨਾਮ ਰੂਪੀ ਆਤਮਿਕ ਗੁਣਾਂ ਦੀ ਇੱਕ ਫਸਲ ਹੈ। ਅੰਦਰ ਮਾਨੋ ਇੱਕ ਪੈਲੀ ਹੈ, ਔਰ ਸਾਡੇ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜੰਗਲੀ ਜਾਨਵਰ ਨੇ, ਇਹ ਅੰਦਰ ਵੜ ਕੇ ਫਸਲ ਨੂੰ ਉਜਾੜਦੇ ਨੇ। ਕੰਨਾਂ ਰਾਹੀਂ, ਅੱਖਾਂ ਰਾਹੀਂ, ਨਾਸਕਾਂ ਰਾਹੀਂ, ਰਸਨਾ ਰਾਹੀਂ, ਤਵਚਾ ਰਾਹੀਂ ਅੰਦਰ ਵੜਦੇ ਨੇ। ਸਾਨੂੰ ਪਤਾ ਕੋ ਨਹੀਂਗਾ ਕਿਵੇਂ ਵੜਦੇ ਨੇ। ਬੈਠੇ ਆ, ਨਿੰਦਾ ਚੁਗਲੀ ਸ਼ੁਰੂ ਹੋ ਗਈ ਏ, ਉਹਦੇ ਵਿੱਚੋਂ ਰਸ ਲੈ ਰਹੇ ਆ, ਮਾਨੋ ਕੰਨਾਂ ਰਾਹੀਂ ਉਹ ਅੰਦਰ ਵੜ ਰਹੇ ਨੇ। ਅੱਖਾਂ ਨਾਲ ਪਰਾਏ ਰੂਪ ਨੂੰ ਮੈਲ ਨਾਲ ਤੱਕ ਰਹੇ ਆ, ਮਨ ਵਿੱਚ ਮੈਲ ਆ ਗਈ, ਤੱਕਣ ਲੱਗਿਆ। ਧੀ ਨਹੀਂ ਦਿਸਦੀ, ਆਪਣੇ ਬਰਾਬਰ ਦੀ ਉਮਰ ਦੀ ਵਿੱਚੋਂ ਭੈਣ ਦੇ ਦਰਸ਼ਨ ਨਹੀਂ ਹੁੰਦੇ, ਮਾਂ ਦੇ ਦਰਸ਼ਨ ਨਹੀਂ ਹੁੰਦੇ। ਤੋ ਅੱਖਾਂ ਦੇ ਮਾਧਿਅਮ ਨਾਲ ਅਸੀਂ ਲੁੱਟੇ ਜਾ ਰਹੇ ਹਾਂ। ਰਸਨਾ ਨਾਲ ਗੀਤ ਗਾ ਰਹੇ ਹਾਂ, ਲੱਚੜ ਨਿੰਦਿਆ ਕਰ ਰਹੇ ਹਾਂ, ਗਾਲਾਂ ਕੱਢ ਰਹੇ ਹਾਂ, ਰਸਨਾ ਦੇ ਮਾਧਿਅਮ ਨਾਲ ਲੁੱਟੇ ਜਾ ਰਹੇ ਹਾਂ। ਗੁਰੂ ਨੇ ਮੈਨੂੰ ਦੱਸਿਆ ਵੀ ਸਿੱਖਾ, ਜਦੋਂ ਨਿੰਦਾ ਸੁਣਨਾ ਹੈ, ਪਰਾਏ ਰੂਪ ਨੂੰ ਤੱਕਣਾ ਹੈ, ਨਿੰਦਾ ਕਰਨਾ ਹੈ, ਸਪਰਸ਼ ਰੋਗ ਦਾ ਤੂੰ ਸ਼ਿਕਾਰ ਹੁੰਨਾ ਹੈ, ਤੇ ਮਾਨੋ ਇਹ ਕਮਜ਼ੋਰੀਆਂ ਨੇ ਤੇਰੀਆਂ, ਜਿਹੜੀਆਂ ਤੇਰੇ ਅੰਦਰੋਂ ਰਾਸ ਪੂੰਜੀ ਨੂੰ ਲੁਟਾਉਂਦੀਆਂ ਨੇ। ਇਹਨਾਂ ਨੂੰ, ਕੰਨਾਂ ਨੂੰ ਨਿੰਦਾ ਵੱਲੋਂ ਬੰਦ ਕਰ ਲੈ, ਔਰ ਕ੍ਰਮਵਾਰ ਇਸੇ ਤਰ੍ਹਾਂ ਬਾਕੀ ਗਿਆਨ ਇੰਦਰੀਆਂ ਦਾ ਦੁਰਉਪਯੋਗ ਰੋਕ ਕੇ ਇਹਨਾਂ ਦਾ ਸਦਉਪਯੋਗ ਕਰਨਾ ਸ਼ੁਰੂ ਕਰ ਦੇ। ਮਾਨੋ ਤੂੰ ਇਹ ਗੁਪਤ ਰਸਤੇ ਬੰਦ ਕਰ ਦਿੱਤੇ ਨੇ। ਗੁਰ ਦਿਖਲਾਈ ਮੋਰੀ, ਗੁਰੂ ਨੇ ਮੈਨੂੰ ਮੇਰੀ ਕਮਜ਼ੋਰੀ, ਉਹ ਗੁਪਤ ਰਸਤੇ ਜਿਨ੍ਹਾਂ ਰਾਹੀਂ ਵਕਾਰ ਅੰਦਰ ਪ੍ਰਵੇਸ਼ ਕਰਦੇ ਨੇ, ਉਹ ਵਿਖਾ ਦਿੱਤੇ। ਜਿਤ ਮਿਰਗ ਪੜਤ ਹੈ ਚੋਰੀ, ਤੂੰ ਕੀ ਕੀਤਾ? ਕਹਿਣ ਲੱਗੇ ਮੂੰਦ ਲਈਏ ਦਰਵਾਜ਼ੇ, ਕੰਨ ਬੰਦ ਕਰ ਲੈ। ਹੁਣ ਅੱਜ ਤੋਂ ਕਿਸੇ ਦੀ ਨਿੰਦਾ ਨਹੀਂ ਸੁਣਨੀ। ਜਦੋਂ ਕੰਨ ਬੰਦ ਕੀਤੇ, ਬਾਜੀ ਵਾਲੇ ਅਨਹਦ ਬਾਜੇ, ਅੰਦਰ ਅਨਹਦ ਨਾਦ ਵੱਜ ਗਿਆ। ਇਹਨੂੰ ਥੋੜਾ ਜਿਹਾ ਸਮਝ ਲਓ। ਬੱਚਾ ਭੈੜੀ ਸੰਗਤ ਦਾ ਸ਼ਿਕਾਰ ਹੋ ਗਿਆ, ਮਾਪਿਆਂ ਨੂੰ ਪਤਾ ਕੋਈ ਨਹੀਂ ਸੀ। ਕਿਸੇ ਦੱਸਿਆ ਵੀ ਤੁਹਾਡਾ ਲਾਲ ਭੈੜੀ ਸੰਗਤ ਦਾ ਸ਼ਿਕਾਰ ਹੋ ਗਿਆ, ਇਹਨੂੰ ਸੰਭਾਲ ਲਓ। ਮਾਂ ਪਿਓ ਨੇ ਕੰਟਰੋਲ ਕੀਤਾ, ਘਰ ਵਿੱਚ ਬੰਦ ਕਰ ਲਿਆ। ਉਹਨਾਂ ਬੱਚਿਆਂ ਨਾਲ ਜਿਹੜੇ ਵੱਧ ਸਨ, ਮਿਲਣਾ ਜੁਲਣਾ ਬੰਦ ਕਰ ਦਿੱਤਾ। ਹੁਣ ਉਹਨਾਂ ਨੇ ਕੀ ਕਰਨਾ? ਉਹਨਾਂ ਨੇ ਦਰਵਾਜ਼ੇ ਤੇ ਬਾਹਰ, ਗੇਟ ਅੰਦਰੋਂ ਬੰਦ ਸੀ, ਗੇਟ ਤੇ ਆ ਕੇ ਉਹਦਾ ਨਾਂ ਲੈ ਕੇ ਆਵਾਜ਼ਾਂ ਮਾਰਨੀਆਂ। ਸਿਆਣੀ ਮਾਂ ਨੇ ਕੀ ਕੀਤਾ? ਇੱਕ ਤੇ ਬਾਹਰ ਨਾ ਜਾਣ ਦੇਣਾ,
ਇੱਕ ਟੇਪ ਰਿਕਾਰਡਰ ਦੇ ਵਿੱਚ ਨਾ ਕੀਰਤਨ ਦੀ ਰੀਲ ਲਾ ਕੇ ਤੇ ਆਵਾਜ਼ ਉੱਚੀ ਕਰ ਦੇਣੀ। ਉਸ ਕੀਰਤਨ ਦੀ ਆਵਾਜ਼ ਵਿੱਚ ਬਾਹਰਲੇ ਮਿੱਤਰਾਂ ਦੀ ਜਿਹੜੀ ਆਵਾਜ਼ ਉਹ ਜਜ਼ਬ ਹੋ ਜਾਣੀ, ਉਹਨੂੰ ਸੁਣੀ ਕੋਈ ਨਾ, ਔਰ ਉਹਨਾਂ ਨੇ ਕਲਪ ਕੁਲਪ ਕੇ ਉੱਥੋਂ ਟੁਰ ਜਾਣਾ। ਇੱਕ ਤੇ ਦਰਵਾਜ਼ੇ ਬੰਦ ਕਰ ਲਏ, ਮੈਂ ਆਪਣੇ ਘਰ ਦਾ ਜਿਵੇਂ ਦਰਵਾਜ਼ਾ ਬੰਦ ਕਰੀਦਾ, ਇਸ ਤਰ੍ਹਾਂ ਕੰਨ, ਅੱਖਾਂ, ਨਾਸਕਾ ਇਹ ਸਾਰੇ ਵਕਾਰਾਂ ਵੱਲੋਂ ਬੰਦ ਕਰ ਲਏ। ਤੇ ਇੱਕ ਅੰਦਰ ਅਨਹਦ ਨਾਦ ਵੱਜਣ ਲੱਗ ਪਿਆ, ਜਿਹਦੇ ਵਿੱਚ ਵਕਾਰਾਂ ਦਾ ਸ਼ੋਰ ਜਜ਼ਬ ਹੋ ਗਿਆ। ਬਾਜੀ ਵਾਲੇ ਅਨਹਦ ਬਾਜੇ। ਇਸ ਪ੍ਰਕਾਰ ਜਿਹੜਾ ਮੇਰਾ ਮਨ ਮੈਨੂੰ ਦੁਖੀ ਕਰਦਾ ਸੀ, ਜਿਹੜਾ ਮੇਰਾ ਮਨ ਵਕਾਰਾਂ ਵੱਲ ਜਾਂਦਾ ਸੀ, ਉਹੀ ਮਨ ਹੁਣ ਟਿਕਾ ਵਿੱਚ ਆ ਗਿਆ। ਮੈਂ ਕਹਿੰਦਾ ਸੰਤੋ ਮਨ ਪਵਨੈ, ਚੰਚਲ ਮਨ ਜਿਹੜਾ ਸੀ, ਪੌਣ ਵਰਗਾ ਮਨ ਜਿਹੜਾ ਸੀ, ਸੁਖ ਬਣਿਆ ਕਿਛ ਜੋਗ ਪ੍ਰਾਪਤ ਗਣਿਆ। ਮੈਂ ਮੁਕਤਸਰ ਜੀ ਇੱਕ ਛੋਟੀ ਜੀ ਹੋਰ ਅਰਜ਼ ਕਰਦੇ ਹਾਂ। ਹਜ਼ੂਰ ਕਹਿੰਦੇ ਨੇ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ। ਕੋਟ ਤਿੰਨ ਤਰ੍ਹਾਂ ਦਾ ਗੁਰਬਾਣੀ ਵਿੱਚ ਆਉਂਦਾ, ਕੱਕੇ ਹੋੜਾ ਟੈਂਕੇ ਸ਼ਿਆਰੀ। ਕੱਕੇ ਹੋੜਾ ਟੈਂਕੇ ਔਂਕੜ, ਕੱਕੇ ਹੋੜਾ ਟੈਂਕਾ ਮੁਕਤਾ। ਸ਼ਿਆਰੀ ਨਾਲ ਆਵੇ ਤੇ ਕਰੋੜ, ਟੈਂਕੇ ਮੁਕਤੇ ਨਾਲ ਆਵੇ ਤੇ ਬਹੁਤੇ ਕਿਲੇ, ਤੇ ਟੈਂਕੇ ਔਂਕੜ ਆਵੇ ਤੇ ਇੱਕ ਕਿਲਾ। ਇੱਥੇ ਜਿੱਥੇ ਹੈ ਨਾ ਏਕ ਕੋਟ, ਇੱਥੇ ਟੈਂਕੇ ਨੂੰ ਔਂਕੜ ਹੈ। ਸਰੀਰ ਮਾਨੋ ਕਿਲਾ ਹੈ। ਰਾਜੇ ਮਹਾਰਾਜੇ ਰਿਆਸਤਾਂ ਵਿੱਚ ਰਾਜ ਕਰਦੇ, ਆਪਣੀ ਹਿਫਾਜ਼ਤ ਲਈ ਕਿਲੇ ਬਣਾਉਂਦੇ, ਉਹਦੇ ਅੰਦਰ ਖਾਈ, ਬਾਹਰ ਖਾਈ, ਵਿੱਚ ਦੀਵਾਰ, ਉਹਦੇ ਵਿੱਚ ਪਾਣੀ ਛੱਡਿਆ ਹੋਣਾ, ਦਰਵਾਜ਼ਿਆਂ ਤੇ ਸਖਤ ਪਹਿਰਾ। ਇਸ ਤਰ੍ਹਾਂ ਸਰੀਰ ਮਾਨੋ ਇੱਕ ਕਿਲਾ ਹੈ। ਏਕ ਕੋਟ ਤੇ ਪੰਚ ਸਿਕਦਾਰਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਪੰਚੇ ਮੰਗੈ ਹਾਲਾ। ਸਿਆਣਿਆਂ ਨੂੰ ਪਤਾ ਇੱਕ ਜ਼ਮਾਨਾ ਸੀ ਇੱਥੇ ਹਲ ਦੇ ਉੱਤੇ ਟੈਕਸ ਲੱਗਾ ਹੋਇਆ ਸੀ, ਬੰਦ ਨਹੀਂ ਹੋਇਆ ਉਹ। ਹੁਣ ਵੀ ਨਾ ਤੁਹਾਡੇ ਚੋਂ ਜਿਨ੍ਹਾਂ ਨੂੰ ਪਤਾ ਹੋਵੇ ਮੁਬਾਰਕ ਹੈ, ਭਾਵੇਂ ਉਹ 60 ਰੁਪਏ 6 ਮਹੀਨਿਆਂ ਬਾਅਦ, 80 ਰੁਪਏ 6 ਮਹੀਨਿਆਂ ਬਾਅਦ ਲੈਣ, ਵੀ ਉਹਨੂੰ ਛੋਟ ਘਟਾਉਂਦਿਆਂ ਘਟਾਉਂਦਿਆਂ ਘਟਾ ਦਿੱਤਾ ਗਿਆ। ਉਹਨੂੰ ਨਦਾਰਦ ਨਹੀਂ ਕੀਤਾ ਗਿਆ, ਉਹਨੂੰ ਵਧਾਇਆ ਵੀ ਜਾ ਸਕਦਾ। ਪਰ ਕੋਈ ਜ਼ਮਾਨਾ ਸੀ ਉਦੋਂ ਹਲ ਦੇ ਉੱਤੇ ਠੋਕ ਕੇ ਟੈਕਸ ਲਾਇਆ ਗਿਆ ਸੀ, ਉਹਨੂੰ ਹਾਲਾ ਕਹਿੰਦੇ ਸਨ। ਕਰ ਟੈਕਸ ਹਾਲਾ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ। ਜਿਵੇਂ ਹਲ ਦੇ ਉੱਤੇ ਟੈਕਸ ਮੰਗਦਾ ਨਾ ਪਟਵਾਰੀ, ਵੀ ਤੇਰੀ ਕਿੰਨੇ ਹਲਾਂ ਦੀ ਵਾਈ ਹੈ ਜੀ? 2 ਹਲਾਂ ਦੀ। ਵੀ ਤੇਰਾ ਇੰਨਾ ਟੈਕਸ ਬਣ ਗਿਆ, ਜਮ੍ਹਾਂ ਕਰਾ। ਇਹ ਜਿਹੜੇ ਵਕਾਰ ਨੇ ਨਾ, ਇਹ ਮੇਰੇ ਤੋਂ ਟੈਕਸ ਮੰਗਦੇ ਨੇ, ਭਾਵ ਵਾਧੂ ਬੋਝ ਪਾਉਂਦੇ ਨੇ। ਜੇ ਤੇ ਮਨੁੱਖ ਪਰਿਵਾਰ ਦੀ ਦਰਗੁਜ਼ਰ ਤੱਕ ਸੀਮਤ ਹੈ ਤੇ ਗੁਰਮੁਖੋ ਕੋਈ ਲਾਲਚ ਨਹੀਂ, ਤੇ ਜੇ ਇਹਨਾਂ ਹੱਡ ਭੰਨ ਕੇ ਕੰਮ ਕਰਦਾ ਵੀ ਸਵੇਰੇ ਜਪਜੀ ਜੋਗਾ ਵੀ ਨਹੀਂ ਰਹਿੰਦਾ, ਸ਼ਾਮ ਨੂੰ ਰਹਿਰਾਸ ਜੋਗਾ ਵੀ ਨਹੀਂ ਰਹਿੰਦਾ, ਤੇ ਮਾਨੋ ਲੋਭ ਇਹਦੇ ਤੋਂ ਵਾਧੂ ਹਾਲਾ ਲੈ ਰਿਹਾ। ਇਹੀ ਹਾਲ ਬਾਕੀ ਵਿਕਾਰਾਂ ਦਾ। ਜੇ ਗ੍ਰਿਸਤ ਤੱਕ ਮਨੁੱਖ ਸੀਮਤ ਹੈ ਤੇ ਕਾਮ ਵਕਾਰ ਨਹੀਂ। ਪੰਚੇ ਮੰਗੈ ਹਾਲਾ। ਕਹਿੰਦੇ ਨੇ ਜ਼ਮੀਨ ਨਾਹੀ ਮੈਂ ਕਿਸੇ ਕੀ ਬੋਈ, ਐਸਾ ਦੇਨ ਦੁਖਾਲਾ। ਉਦੋਂ ਜ਼ਮੀਨਾਂ ਸਾਡੀ ਮਾਲਕੀ ਨਹੀਂ ਸਨ, ਔਰ ਜ਼ਮੀਨ ਦਾ ਟੈਕਸ ਜਿਹੜਾ ਹੈ ਹਾਲਾ ਦੇਣਾ ਪੈਂਦਾ ਸੀ, ਕਿਉਂਕਿ ਉਹ ਤੇ ਸਰਕਾਰ ਦੀ ਸੀ। ਅਸੀਂ ਤੇ ਸਿਰਫ ਕਾਸ਼ਤਕਾਰ ਸਾਂ, ਅਸੀਂ ਤੇ ਮਜਾਰੇ ਸਾਂ। ਪਰ ਭਗਤ ਕਬੀਰ ਸਾਹਿਬ ਕਹਿੰਦੇ ਸਰੀਰ ਰੂਪੀ ਜ਼ਮੀਨ ਮੇਰੀ ਏ, ਮੈਂ ਇਹਦੇ ਨਾਲ ਕਾਮ ਦੀ ਵਿਗਾਰ ਕਰਾਂ, ਕ੍ਰੋਧ ਦੀ ਪਾਣੀ ਭਰਾਂ, ਲੋਭ ਦੇ ਆਖੇ ਲੱਗਾ ਨਾ ਲੱਗਾ, ਇਹ ਮੈਨੂੰ ਤੰਗ ਕਿਉਂ ਕਰਦੇ ਨੇ? ਫਿਰ ਜਦੋਂ ਕੋਈ ਪਟਵਾਰੀ ਨਾਹਕ ਖਰਾਬ ਕਰਦਾ, ਫਿਰ ਉਹ ਕਿਸਾਨ ਜਾ ਕੇ ਰਾਜੇ ਕੋਲ ਪੇਸ਼ ਹੁੰਦਾ। ਰਾਜਿਆਂ ਦੇ ਦਰਬਾਰ ਲੱਗਦੇ, ਔਰ ਜੇ ਦਰਬਾਰ ਬੰਦ ਹੋ ਜਾਂਦਾ ਤੇ ਬਾਹਰ ਘੜਿਆਲ ਟੰਗੇ ਹੁੰਦੇ, ਉਹ ਜੰਜੀਰ ਨੂੰ ਖਿੱਚਦੇ, ਘੜਿਆਲ ਵੱਜਦਾ। ਉਹ ਕਹਿੰਦਾ ਵੀ ਕੋਈ ਫਰਿਆਦੀ ਆਇਆ, ਦਰਵਾਜ਼ਾ ਖੋਲੋ, ਉਹਨੂੰ ਫੌਰਨ ਮੇਰੇ ਕੋਲ ਲੈ ਕੇ ਆਓ, ਮੈਂ ਉਹਨੂੰ ਪੁੱਛਾਂ ਤੈਨੂੰ ਕੀ ਸਮੱਸਿਆ, ਤੈਨੂੰ ਕੌਣ ਤੰਗ ਕਰਦਾ। ਉਹਨੂੰ ਫਿਰ ਅੰਦਰ ਵਾੜਿਆ ਜਾਂਦਾ। ਉਹ ਦੋਵੇਂ ਹੱਥ ਉੱਪਰ ਚੁੱਕ ਕੇ ਇੱਕ ਵਾਕਿਆ ਬਣਾਉਂਦਾ, ਉਸ ਵਾਕਿਆ 'ਚ ਆਪਣੀ ਵਿਥਿਆ ਦੱਸਦਾ ਵੀ ਮੈਨੂੰ ਤਕਲੀਫ ਕੀ ਹੈ। ਫਿਰ ਉਹ ਸੰਬੰਧਿਤ ਵਿਅਕਤੀਆਂ ਨੂੰ ਸੱਦ ਕੇ ਕਹਿੰਦਾ ਬਈ ਇਹਨੂੰ ਇਹਦੀ ਤਕਲੀਫ ਦੂਰ ਕਰੋ, ਔਰ ਜਿਹੜੇ ਖਾਮਖਾਹ ਨੂੰ ਪਰੇਸ਼ਾਨ ਕਰਦੇ ਨੇ ਮੇਰੇ ਵੱਲੋਂ ਉਹਨਾਂ ਨੂੰ ਹੁਕਮ ਕਰੋ ਬਈ ਇਹ ਮੇਰੀ ਰਈਅਤ ਹੈ, ਮੇਰੀ ਉਮਤ ਹੈ, ਖਬਰਦਾਰ ਇਹਨੂੰ ਕੋਈ ਵਾਧੂ ਪਰੇਸ਼ਾਨ ਨਾ ਕਰੇ। ਉਹ ਪਰੇਸ਼ਾਨ ਕਰਨਾ ਬੰਦ ਕਰ ਦਿੰਦੇ। ਇਸੇ ਤਰ੍ਹਾਂ ਜਦੋਂ ਵਕਾਰ ਵਾਧੂ ਪਰੇਸ਼ਾਨ ਕਰਨ ਤੇ ਫਿਰ ਗੁਰੂ ਰੂਪੀ ਰਾਜੇ ਕੋਲ ਆ ਕੇ ਦੋਵੇਂ ਹੱਥ ਖੜੇ ਕਰਕੇ ਦੁਹਾਈ ਪਾਣੀ ਹੈ ਵੀ ਇਹ ਸਤਿਗੁਰੂ, ਇਹ ਵਕਾਰ ਮੇਰੇ ਮਗਰੋਂ ਨਹੀਂ ਲੈਂਦੇ, ਤੂੰ ਕਿਰਪਾ ਕਰਕੇ ਇਹਨਾਂ ਤੋਂ ਮੇਰਾ
ਖਹਿੜਾ ਛਡਾ। ਤੇ ਫਿਰ ਤੂੰ ਕੀ ਕਰੇਗਾ ਜਦੋਂ ਬਾਹਰ ਨਿਕਲੇਗਾ ਤੇ ਜੋੜੇ ਘਰ ਵਿੱਚ ਖੜੇ ਹੋਣਗੇ ਤੇ ਤੇਰੇ ਅੱਗੇ ਹੱਥ ਜੋੜ ਕੇ ਕਹਿਣਗੇ ਤੂੰ ਸਾਨੂੰ ਦੱਸਣਾ ਸੀ, ਤੇਰੀ ਡਾਢੇ ਨਾਲ ਵਾਕਫੀ ਹੈ, ਅਸੀਂ ਤੈਨੂੰ ਪਰੇਸ਼ਾਨ ਕਰਨਾ ਹੀ ਨਹੀਂ ਸੀ, ਮਰੇ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ। ਜੋਏ ਦੂਤ ਮੋਹੇ ਬਹੁਤ ਸੰਤਾਵਤ ਤੇ ਭਿਆਨਕ ਪਿਆ, ਉਲਟੇ ਮੇਥੋਂ ਡਰਨ ਲੱਗ ਪਏ ਔਰ ਕਰਾਂ ਬੇਨਤੀ, ਅਰਦਾਸਾਂ ਕਰਨ ਲੱਗ ਪਏ, ਦੁਬਾਰਾ ਨਾ ਸਾਡੀ ਸ਼ਿਕਾਇਤ ਕਰੀ, ਅਸੀਂ ਹੁਣ ਤੈਨੂੰ ਕੁਝ ਨਹੀਂ ਕਹਿੰਦੇ। ਕਰਾਂ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ शरणाया। पंचे मांगे हाला जमीन आही मैं किसी की बोई, ऐसा देन दुखाला हर के लोगा, मोको नीत डसै पटवारी, ऊपर पूजा कर मैं गुर पे पुकारिया, तिन हों लिया उभारी। 9 डांडी जरीब खिंचण वाले पटवारी दे नाल जमीन अगां वड्डदे वट्टां अगे लै जांदे ने एक दूजे दियां, फिर वो दे लैके कहंदा जी निशानदेही कर दिओ, वो फिर पटवारी नाल जरीब खिंचण वाले कामे नूं भी लैके आउंदा। ये जिहड़े 9 ने ना, दोवें कंन अखां नासका रसना त्वचा गुप्तांग, इन्हां नूं 2-2 करके गिणीए तो 9 बन जाते हैं, 1-1 करके गिणीए तो 5 बनते हैं। ये रल गए ने। कई बार ना पिंडां च हुण भी वेखिआ, वो लै दे के किसी दी वधा जाणगे, किसी दी घटा जाणगे, शाम नूं फिर उन्हां दी सेवा हुंदी है, मैनूं माफ़ कर देना गुस्ताखी करन लगा, शाम नूं मुर्गे आउंदे उन्हां लई, शराब दीआं बोतलां दे ढक्कन खोलदे भी फलाणे हाल अज तहसीलदार साहब आए ने, अज पटवारी साहब, हुण भी यह सिलसिला चलता है। और जिन्हें कुछ खुआना पियाना है वही धक्के नाल वधा जानी, जिन्हें नहीं देना वही वधी भी विचारे की घटा जानी। महाराज ये जरीब खिंचण वाले रिश्वत खोर हो गए ने। ये कंन अख नासका रसना वकारां चों चस्का लैंदे ने। 9 डांडी 10 मुनसफ धावें, रैयत बसन ना देही, अंदर शुभ गुणा की रैयत नूं वसन नहीं देंदे। डोरी पूरी मापे नाही, बहु बिशटाला लेही। बिशटाला रिश्वत नूं बिशटाला कहा साध संगत। वैसे बिशटाला दे अर्थ होंदे ने बिष्टा जमा आल्य। बिष्टा मैंने माफ़ करना गुरु की गोच बैठे हाँ, पर अखरी अर्थ करने मेरी मजबूरी है, गुस्ताखी लिखे मां। बिष्टा मनुखी वेस्टेज, आल्या कार, विष्टा दा कार, रिश्वत खानी। मैं फिर एक बड़ा पुअर शब्द वरतन लगा, माफ़ कर देना। रिश्वत खानी गूं खाण दे बराबर है। पर पड़चोल करिए साडे चों किन्ने को हटदे ने। साडे चों ये मतलब नहीं जिन्ने तुसीं मेरे सामने बैठे हो, साडे आले दुआले की रिश्वत का बोलबाला नहीं। किहड़ा काम है जिहड़ा अज दी तरीक विच भी रिश्वत तो बिना हुंदा है? सच है कोई भी नहीं हुंदा। मैं तुहानूं एक छोटी जी उदाहरण दिया। किसी सज्जन ने जमीन का बयाना किया, रजिस्ट्री वाले दिन उन्होंने रजिस्ट्री रोक दी। मैं की होया? कहने लगे जी नाल चलो, रजिस्ट्री रोक दी है। जी रजिस्ट्री क्यों रोक दी? वो कहते नंबर सही को नहीं गए। होया कि जदों रजिस्टरां तो रिकॉर्ड कंप्यूटर ते चाड़ना सी, उन्होंने आख्या भी ये तो जी फर्द 500 लैके देंदे सा, ये तो 20 रुपया च ना लै जानी करनी। हुण साडे खाण दा मसाला की है? उहदे विच कुछ नंबरां दी जान बुझ के मिसटेक कर दी। एन मौके ते आके उधरों रजिस्ट्री करनी है, उधरों नंबर नहीं मिलते। जी रजिस्ट्री तो हो नहीं सकती, ये पटवारी साहब ठीक कर दो। वो कह लगे जी ठीक, तो फिर तुहानूं पता ही है जिवें हुंदे ने। एक बारी आखो सतनाम श्री, तुहानूं सारिआं नूं पता फिर नंबर ठीक किद्दां हुंदे ने। जे करन ते आउण ते मिंट च हो जांदे ने, ना करन आउण ते 2 जुत्तियां टुट जाण, नहीं हो सकते। जिन्ने मर्जी असीं दावे करिए भी रिश्वत नहीं चलती, सच है भी रिश्वत तो बिना कोई काम अज भी नहीं हुंदा। बिल्कुल नहीं हुंदा, बिल्कुल नहीं हुंदा। और बिल्कुल बेबाकी नाल सब कुछ लैंदे। मैं किसी कोर्ट विच सां ते तारीख लै रहे सन सज्जन, वो अपनी मर्जी की तरीक लै रहा सी और जज साहब कुर्सी ते बैठे ने ते वो रीडर नूं इशारा करदा भी बाहर। और तुसी हैरानी मनोगे, वो रीडर कह रहा भी फड़ा दे सामने, फड़ा दे, कुछ नहीं, फड़ा दे तू इधर कर। और वो फड़ के जेब च पा रहा। कित्थे जाओगे तुसी? किहड़ा थां बचिआ? तुसी कित्थे फरियाद करोगे? ये गुरु की हजूरी च मैं बैठा वां, मैं अपनी आँखां नाल एक कोर्ट दे विच ये वेख्या और ये सुनिया। देण वाला डर रहा है भी जज कुर्सी ते बैठा है, लैण वाला कह रहा फड़ा दे कुछ नहीं हुंदा। ये साडी त्रासदी है, ये साडा दुखांत है। बहु बिशटाला लेही 72 घर एक पुरख समाया। शरीर के 72 खानिया च एक अकाल पुरख का वस। उन दिया नाम लिखाई, गुरु ने राहदारी लिख दी। और धर्म राय का दफ्तर सोधिया,
ਜਦੋਂ ਮੈਂ ਨਾਮ ਜਪ ਕੇ ਦਰਗਾਹ 'ਚ ਗਿਆ ਉਹਨੇ ਦਫ਼ਤਰ ਸੋਧਿਆ, ਬਾਕੀ ਰਿਜ਼ਮ ਨਾ ਕਾਈ, ਮੇਰੇ ਵੱਲ ਧਰਮਰਾਜ ਦਾ ਲੈਣਾ ਹੀ ਕੁਛ ਨਹੀਂ ਨਿਕਲਿਆ। ਇਸ ਲਈ ਸੰਤਾਂ ਕੋ ਮਤ ਕੋਈ ਨਿੰਦੋ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਾ, ਭੇਦ ਨਾ ਜਾਣੋ ਮੂਲ ਸਾਈਂ ਜੇ ਹੈ। ਸੰਤਾਂ ਕੋ ਮਤ ਕੋਈ ਨਿੰਦੋ, संत राम है एको, कहो कबीर मैं सो गुर पाया, जहां का नाव विवेको। इस प्रकार गुरु का ओट आसरा लैके जोगियां वाली जुगत की थां ते शरीर नूं वकारां तो रहत करना है। खिंथा काल कुवारी काया जुगत, ਜਿਹੜਾ ਹੱਥ ਵਿੱਚ ਤੂੰ ਡੰਡਾ ਰੱਖਣਾ ਇਹਦੀ ਥਾਂ ਤੇ ਅੱਜ ਤੋਂ ਗੁਰੂ ਵਿੱਚ ਅਕਾਲ ਪੁਰਖ ਵਿੱਚ ਪ੍ਰਤੀਤ ਲਿਆਉਣੀ ਸ਼ੁਰੂ ਕਰ ਦੇ, ਸ਼ਰਧਾ ਲਿਆਉਣੀ ਸ਼ੁਰੂ ਕਰ ਦੇ। ਸਿਦਕ ਵਾਲਿਆਂ ਦੇ ਸ਼ਰਧਾ ਵਾਲਿਆਂ ਦੇ ਬੇੜੇ ਪਾਰ ਹਨ। ਆਈ ਪੰਥੀ ਸਗਲ ਜਮਾਤੀ, ਜੋਗੀਆਂ ਦੇ 12 ਪੰਥਾਂ ਵਿੱਚੋਂ ਆਈ ਪੰਥ ਸਾਰਿਆਂ ਤੋਂ ਸ਼੍ਰੋਮਣੀ ਗਿਣਿਆ ਜਾਂਦਾ ਹੈ। ਉਹਨੂੰ ਵੇਖ ਕੇ ਆਦੇਸ਼ ਕਰਦੇ ਨੇ। ਮਹਾਰਾਜ ਕਹਿੰਦੇ ਨੇ ਜਿਸ ਤਰ੍ਹਾਂ ਆਈ ਪੰਥ ਦੇ ਮੈਂਬਰ ਦਾ ਵਿਸ਼ੇਸ਼ ਸਨਮਾਨ ਕਰਨਾ ਹੈ, ਇਸ ਤਰ੍ਹਾਂ ਸਾਰੇ ਸੰਸਾਰ ਨੂੰ ਆਈ ਪੰਥ ਦਾ ਮੈਂਬਰ ਸਮਝ ਕੇ ਤੇ ਉਹਦੇ ਨਾਲ ਉਸ ਤਰ੍ਹਾਂ ਦਾ ਭਰਪਣ ਵਾਲਾ, ਆਪਣੇਪਨ ਵਾਲਾ ਵਰਤਾਵ ਕਰਿਆ ਕਰ। ਆਈ ਪੰਥੀ ਸਗਲ ਜਮਾਤੀ, ਸਾਰਿਆਂ ਨੂੰ ਆਪਣੇ ਜਮਾਤੀ ਸਮਝ, ਸਾਰਿਆਂ ਨੂੰ ਆਪਣੇ ਸਹਿਪਾਠੀ ਸਮਝ, ਇੱਕੋ ਪਾਠਸ਼ਾਲਾ ਦੇ ਵਿਦਿਆਰਥੀ ਸਮਝ। ਔਰ ਕਹਿ ਸਭੇ ਸਾਜੀ ਵਾਲ ਸਦਾਇਨ, ਤੂੰ ਕੋਏ ਨਾ ਦਿਸੈ ਬਾਰਾ ਜੀ। ਕਹੋ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਥ ਸੰਗਤ ਮੋਹਿ ਪਾਈ। ਹੁਣ ਨਾ ਕੋਈ ਵੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ। ਕਹੋ ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ। नैन रहे रंग लाई, अब बेगल दूजी गल कहन ना जाई। हमरा भरम गया नाल ही भौ भागा, जब राम नाम चित लागा। बाजीगर डंक बजाई, सब खलक तमाशे आई। बाजीगर स्वांग अकेला, अपने रंग रवै अकेला। पर कथनी कह भरमन जाई, सब कथ कथ रही लुकाई। जाको गुरमुख आप बुझाई, ताके हृदय रहा समाई। गुर किंचत कृपा कीनी, सब तन मन दे हर लीनी। कहो कबीर रंग राता, मिलियो जगजीवन दाता। इस प्रकार आई पंथी सगल जमाती, तेनू सारी सृष्टि दे विच अकाल पुरख दे दर्शन होण, तू सारियां नाल प्यार करें, सारियां नाल वंड के छकें, सारियां नाल अपने पाप दा भाव होवे ते रजा विच राजी रह के इंज वागुरू दी तू बख्शिश दा पात्र बन सकदा है। और जिन्हों ने मन नूं जित लिया, मानो सारे जग नूं उन्हां जित लिया। हुण हर एक अखर व्याख्या मंगदा है, पर वक्त इजाजत नहीं देंदा। मन नूं भी गुरु दे दसे मार्ग दे तुर के जित्या जा सकता है। भगत कबीर साहब कहते, क्यों लीजै गढ़ बंका पाई, शरीर रूपी किले ते मन रूपी राजे का कब्जा सी, इत्थे वकारा ने कब्जा कर लिया, कब्जा वापस किवें लवां। दोवर कोट अर तेवर खाई, द्वैत दी द्वार ते रजगुण तमगुण सतगुण दी तेरी खाई है। दो द्वारां दे विच खाई, अंदर खाई बाहर खाई। 5-25 मोह मद मत्सर आडी परमल माया, जन गरीब को जोर ना पहुंचे, कहाँ करो रघुराया। काम कुवारी, काम दरवाजे ते पहरेदार बन के खड़ा है। शुभ गुणा नूं कहंदा अंदर वड़न कोई नहीं देना। सत संतोख दया धर्म नूं कहंदा दूर दूर रवो। काम कुवारी दुख सुख दरवानी, पाप पुन दरवाजा। क्रोध प्रधान महाबड़ धुंदर, तै मन मावासी राजा। एक तो सिक्योरिटी गार्ड होंगे ना, एक निरक्षक होंदा है, वो चैक करता है, चैकड एंड फाउंड स्लीपिंग, चैकड एंड फाउंड अलर्ट। क्रोध जिहड़ा वो फिर के पहरेदारां नूं वेंदा है भी कोई दरवाजा कन्ना अखां नासका राही किसे राही भी अंदर प्रभु प्रवेश ना कर जाए। काम किवारी दुख सुख दरवानी, पाप पुन दरवाजा। क्रोध प्रधान महाबड़ धुंदर, तह मन मावासी राजा। महाराज मैं की करा, फिर उत्ते भगत कबीर साहब जाच दसदे ने भी प्रेम पलीता, सुरत हवाई, गोला ज्ञान चलाया। ब्रह्म अगन सहजे पर जाली, एक है चोट सजाया। सत संतोख लै लरने लागा, तोरे दोए दरवाजा। साध संगत और गुर की कृपा ते पकड़ियो गढ़ को राजा। मन जीता है जग जीत। मन नूं काबू च करन दा तरीका है भी संगत विच जुड़ के गुरु की कृपा नाल मन काबू च आ सकदा। आदेश तिसै आदेश,
ਉਸ ਅਕਾਲ ਪੁਰਖ ਨੂੰ ਆਦੇਸ਼ ਕਰ, ਪ੍ਰਣਾਮ ਕਰ, ਸਿਮਰਨ ਕਰ, ਉਸੇ ਦੀ ਰਜਾ ਵਿੱਚ ਰਾਜੀ ਰਹੋ। ਆਦ ਅਨੀਲ ਅਨਾਦ ਅਨਾਹਤ। ਉਹ ਜਿਹੜਾ ਮੁੱਢ ਤੋਂ ਹੈ, ਅਨੀਲ ਜਿਹੜਾ ਸ਼ੁੱਧ ਸਰੂਪ ਹੈ, ਜਿਹਨੂੰ ਕੋਈ ਦਾਗ ਨਹੀਂ, ਆਦ ਅਨੀਲ ਅਨਾਦ ਜਿਹੜਾ ਜੁਗਾਂ ਦੇ ਮੁੱਢ ਤੋਂ ਹੈ, ਅਨਾਹਤ ਜਿਹੜਾ ਨਾਸ਼ ਰਹਿਤ ਹੈ, ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂ ਵਿੱਚ ਜਿਹਦਾ ਵੇਸ ਇੱਕੋ ਹੀ ਹੈ, ਜਿਹਦੇ ਵਿੱਚ ਕੋਈ ਚੇਂਜਿੰਗ ਨਹੀਂ ਆਉਂਦੀ, ਜਿਹੜਾ ਕੋਈ ਬਦਲਦਾ ਨਹੀਂ। ਤੂੰ ਜੋਗ ਮਤ ਦੇ ਚਿੰਨ੍ਹ ਧਾਰਨ ਕਰਨ ਦੀ ਥਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ, ਉਹਦਾ ਸਿਮਰਨ ਕਰ, ਉਹਦੀ ਰਜਾ ਵਿੱਚ ਰਾਜੀ ਰਹੋ ਤੇ ਕਹੋ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ। ਤੋ ਸਾਧ ਸੰਗਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਿਸ਼ ਕਰਨੀ। ਅਗਲੀ ਪੌੜੀ ਦੀ ਵਿਚਾਰ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਕੱਲ ਫਿਰ ਹਾਜ਼ਰ ਹੋਵਾਂਗਾ। ਗੁਰੂ ਫਤਿਹ ਦੀ ਸਾਂਝ ਨਾਲ ਆਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਕਰੀ